सभी को जय मसीह की। इस वीडियो में हम उत्पत्ति का सेकंड चैप्टर है उसे रीड करेंगे और हिंदी में उसकी एक्सप्लेनेशन भी करेंगे। मेरा पूरा विश्वास है कि जो जो जन इस वीडियो को सुनेगा वो आशीषित होगा प्रभु यीशु मसीह के नाम में, आमीन। ਸੋ ਸਭ ਸ੍ਰਿਸ਼ਟੀ ਅਤੇ ਇਸ ਦੀਆਂ ਚੀਜ਼ਾਂ ਦਾ ਬਣਾਉਣਾ ਸਮਾਪਤ ਹੋ ਗਿਆ। ਇਸ ਤਰ੍ਹਾਂ ਪਰਮੇਸ਼ਵਰ ਨੇ ਆਪਣੇ ਕੰਮ ਜੋ ਕਰ ਰਿਹਾ ਸੀ 7ਵੇਂ ਦਿਨ ਸਮਾਪਤ ਕੀਤਾ ਅਤੇ ਇਸ ਦਿਨ ਉਸ ਨੇ ਆਪਣੇ ਸਭ ਕੰਮ ਤੋਂ ਵਿਹਲ ਪਾਈ। ਪਰਮੇਸ਼ਵਰ ਨੇ 7ਵੇਂ ਦਿਨ ਨੂੰ ਆਸ਼ੀਸ਼ ਦੇ ਕੇ ਪਵਿੱਤਰ ਠਹਿਰਾਇਆ ਕਿਉਂਕਿ ਇਸ ਦਿਨ ਉਸ ਨੇ ਆਪਣੇ ਸਭ ਬਣਾਈ ਰਚਨਾ ਦੇ ਕੰਮ ਤੋਂ ਵਿਹਲ ਪਾਈ ਸੀ। ਇਹ ਸਭ ਸ੍ਰਿਸ਼ਟੀ ਦੇ ਬਣਾਏ ਜਾਣ ਦਾ ਵਰਣਨ ਹੈ। ਅਦਨ ਦਾ ਬਾਅਦ ਜਦੋਂ ਪ੍ਰਭੂ ਪਰਮੇਸ਼ਵਰ ਨੇ ਸ੍ਰਿਸ਼ਟੀ ਰਚੀ ਤਾਂ ਉਸ ਸਮੇਂ ਧਰਤੀ ਉੱਤੇ ਅਜੇ ਕਿਸੇ ਤਰ੍ਹਾਂ ਦਾ ਵੀ ਘਾਹ ਬੂਟਾ ਨਹੀਂ ਸੀ ਕਿਉਂਕਿ ਪਰਮੇਸ਼ਵਰ ਨੇ ਧਰਤੀ ਉੱਤੇ ਅਜੇ ਮੀਂਹ ਨਹੀਂ ਵਰ੍ਹਾਇਆ ਸੀ। ਤਾਂ ਹੀ ਉੱਥੇ ਧਰਤੀ ਨੂੰ ਵਾਹੁਣ ਵਾਲਾ ਕੋਈ ਆਦਮੀ ਸੀ, ਪਰ ਧਰਤੀ ਦੀ ਹੇਠਲੀ ਸਤ੍ਹਾ ਤੋਂ ਇੱਕ ਪ੍ਰਕਾਰ ਦੀ ਨਮੀ ਪੈਦਾ ਹੁੰਦੀ ਸੀ ਜਿਸ ਨਾਲ ਸਾਰੀ ਧਰਤੀ ਸਿੱਜੀ ਜਾਂਦੀ ਸੀ। ਪ੍ਰਭੂ ਪਰਮੇਸ਼ਵਰ ਨੇ ਆਦਮੀ ਨੂੰ ਧਰਤੀ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕ ਦਿੱਤਾ ਜਿਸ ਨਾਲ ਆਦਮੀ ਜਿਉਂਦਾ ਪ੍ਰਾਣੀ ਬਣ ਗਿਆ। ਪ੍ਰਭੂ ਪਰਮੇਸ਼ਵਰ ਨੇ ਪੂਰਬ ਦੇ ਪਾਸੇ ਅਦਨ ਵਿੱਚ ਇੱਕ ਬਾਗ ਲਗਾਇਆ ਅਤੇ ਉਸ ਵਿੱਚ ਆਪਣੇ ਰਚੇ ਆਦਮੀ ਨੂੰ ਰੱਖ ਦਿੱਤਾ। ਉਸ ਨੇ ਹਰ ਤਰ੍ਹਾਂ ਦੇ ਦੇਖਣ ਵਿੱਚ ਸੁੰਦਰ ਰੁੱਖ ਜ਼ਮੀਨ 'ਤੇ ਉਗਾਏ। ਬਾਗ ਦੇ ਵਿਚਕਾਰ ਪਰਮੇਸ਼ਵਰ ਨੇ 2 ਰੁੱਖ ਲਾਏ, ਇੱਕ ਜੀਵਨ ਦਾ ਅਤੇ ਦੂਜਾ ਭਲੇ ਬੁਰੇ ਦੀ ਪਛਾਣ ਦਾ। ਇੱਕ ਮਹਾਂਨਦੀ ਉਸ ਬਾਗ ਨੂੰ ਸਿੰਜਣ ਦੇ ਲਈ ਅਦਨ ਦੇ ਵਿੱਚੋਂ ਦੀ ਜਾਂਦੀ ਸੀ ਜੋ ਅਦਨ ਅੱਗੇ ਜਾ ਕੇ 4 ਹਿੱਸਿਆਂ ਵਿੱਚ ਵੰਡੀ ਜਾਂਦੀ ਸੀ। ਪਹਿਲੀ ਦਾ ਨਾਂ ਪੀਸੋਨ ਦਰਿਆ ਜੋ ਹਵੀਲਾ ਨਾਂ ਦੇ ਦੇਸ਼ ਦੇ ਚਾਰੇ ਪਾਸਿਓਂ ਦੀ ਹੋ ਕੇ ਵਗਦਾ ਸੀ। ਹਵੀਲਾ ਵਿੱਚ ਸੋਨਾ ਮਿਲਦਾ ਹੈ, ਉੱਥੋਂ ਦਾ ਸੋਨਾ ਸ਼ੁੱਧ ਹੁੰਦਾ ਹੈ ਅਤੇ ਉੱਥੇ ਮੋਤੀ ਅਤੇ ਸੁਲੇਮਾਨੀ ਪੱਥਰ ਵੀ ਮਿਲਦੇ ਹਨ। ਦੂਜੀ ਦਾ ਨਾਂ ਗਿਹੋਨ ਹੈ ਜੋ ਰੂਪੇ ਦੇ ਚਾਰੇ ਪਾਸਿਓਂ ਦੀ ਹੋ ਕੇ ਵਗਦਾ ਹੈ। ਤੀਜੇ ਦਾ ਨਾਂ ਦਜਲਾ ਹੈ ਜੋ ਅਸੂਰ ਦੇ ਦੇਸ਼ ਦੇ ਪੂਰਬੀ ਪਾਸੇ ਤੋਂ ਹੋ ਕੇ ਜਾਂਦਾ ਹੈ ਅਤੇ ਚੌਥੇ ਦਰਿਆ ਦਾ ਨਾਂ ਫਰਾਤ ਹੈ। ਸੋ परमेश्वर ने क्या किया, परमेश्वर ने 7वें दिन अपने सारा जो सृष्टि की रचना थी वो सृष्टि की रचना कर समाप्त कर दी थी और उस दिन को परमेश्वर ने आराम का दिन और पवित्र दिन ठहराया था क्योंकि उस दिन परमेश्वर ने अपने सब काम से जो था आराम प्राप्त किया था। और परमेश्वर ने फिर जो आदम था परमेश्वर ने उसको अपने हाथों से मिट्टी को गूंद कर उसे बनाया और अपने श्वास उसमें डालकर उसे एक जीवित प्राणी बना दिया था। सो परमेश्वर ने पर अभी जो धरती पर कोई भी घास कोई भी जो वृक्ष था वो नहीं पैदा हुआ था क्योंकि जो बारिश अब तक पृथ्वी पर नहीं हुई थी। सो परमेश्वर ने एक नमी सी जो थी धरती से वो निकलती थी जिससे सारी जो ज़मीन थी वो सींची जाती थी। और इस तरह पर परमेश्वर ने बहुत सारे जो वृक्ष थे वो अदन के बाग में परमेश्वर ने लगाए थे। परमेश्वर ने उसे आदम को बनाकर अदन में बाग में रख दिया था और वहाँ पर परमेश्वर ने दो वृक्ष भी लगाए थे, एक भले और बुरे की पहचान का और एक जीवन का वृक्ष भी परमेश्वर ने लगाया था। और एक महानदी थी जो वो बाग को सींचती थी, अदन के बाग को, और उसमें से 4 नदियाँ और निकलती थी। एक पिसोन और दूसरी जो थी एक पिसोन थी, दूसरी गिहोन और तीसरी दजला और चौथी फरात, जो ये 4 नदियाँ आगे उस महानदी से निकलती थी। ਪ੍ਰਭੂ ਪਰਮੇਸ਼ਵਰ ਨੇ ਆਦਮ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖ ਦਿੱਤਾ ਕਿ ਉਹ ਉਸ ਦੀ ਬਾਗਬਾਨੀ ਅਤੇ ਰਾਖੀ ਕਰੇ। ਪਰਮੇਸ਼ਵਰ ਨੇ ਉਸ ਨੂੰ ਇਹ ਆਗਿਆ ਦਿੱਤੀ, ਤੂੰ ਬਾਗ ਦੇ ਹਰ ਰੁੱਖ ਦਾ ਫਲ ਖਾ ਸਕਦਾ ਹੈ ਪਰ ਭਲੇ ਅਤੇ ਬੁਰੇ ਦੀ ਪਛਾਣ ਦਾ ਰੁੱਖ ਦਾ ਫਲ ਤੂੰ ਨਾ ਖਾਈਂ ਕਿਉਂਕਿ ਜਿਸ ਦਿਨ ਤੂੰ ਉਸ ਰੁੱਖ ਦਾ ਫਲ ਖਾਵੇਂਗਾ ਉਸ ਦਿਨ ਤੂੰ ਜ਼ਰੂਰ ਮਰ ਜਾਵੇਂਗਾ। ਪ੍ਰਭੂ ਪਰਮੇਸ਼ਵਰ ਨੇ ਕਿਹਾ, ਇਹ ਚੰਗਾ ਨਹੀਂ ਹੈ ਕਿ ਆਦਮੀ ਇਕੱਲਾ ਰਹੇ, ਮੈਂ ਉਸ ਦੇ ਲਈ ਇੱਕ ਸਾਥੀ ਬਣਾਵਾਂਗਾ ਜੋ ਠੀਕ ਉਸ ਦੀ ਤਰ੍ਹਾਂ ਹੋਵੇਗਾ। ਪ੍ਰਭੂ ਪਰਮੇਸ਼ਵਰ ਨੇ ਮਿੱਟੀ ਤੋਂ ਸਭ ਜੰਗਲੀ ਜਾਨਵਰ ਅਤੇ ਆਕਾਸ਼ ਦੇ ਪੰਛੀ ਰਚੇ। ਉਹ ਉਹਨਾਂ ਸਭ ਨੂੰ ਆਦਮੀ ਕੋਲ ਲੈ ਕੇ ਆਇਆ ਕਿ ਦੇਖੇ ਕਿ ਉਹ ਉਹਨਾਂ ਦੇ ਕੀ ਨਾਂ ਰੱਖਦਾ ਹੈ। ਜੋ ਕਹਿ ਕੇ ਆਦਮ ਨੇ ਹਰ ਇੱਕ ਪ੍ਰਾਣੀ ਨੂੰ ਸੱਦਿਆ ਉਹੀ ਉਸ ਪ੍ਰਾਣੀ ਦਾ ਨਾਂ ਹੋ ਗਿਆ। ਇਸ ਤਰ੍ਹਾਂ ਆਦਮੀ ਨੇ ਹਰ ਘਰੇਲੂ ਪਸ਼ੂ, ਹਵਾ ਦੇ ਪੰਛੀ ਅਤੇ ਜੰਗਲੀ ਜਾਨਵਰਾਂ ਦਾ ਨਾਂ ਰੱਖਿਆ ਪਰ उन्ना विचों उसने अपने लिए कोई साथी नहीं सी। सो बाद में परमेश्वर ने जो था अदन के बाग में जो
जो परमेश्वर ने आदम को रचा था उसे अदन के बाग में रख दिया, और परमेश्वर ने कहा कि इसकी तुम बागवानी कर और इसकी जो थी रखवाली कर। और परमेश्वर ने उसे ये आज्ञा दी थी, तो हर जो वृक्ष उसका फल खा सकता है, सिर्फ भले बुरे के वृक्ष का फल तुम मत खाना, जिस दिन तू उसे खाएगा तो जरूर मर जाएगा। और परमेश्वर ने फिर जो सब प्रकार के पशु पंछी जानवर बनाए थे वो उसके पास एक एक को लेकर आया कि वो उनके नाम रखे, और जो जो नाम उसने रखे वो उनके नाम हो गए। पर परमेश्वर ने उसमें से कोई भी उसके साथ जो था मेल नहीं खाया, जो उसके लिए उसका साथी बन सके। प्रभु परमेश्वर ने आदमी उत्ते गूढ़ी नींद घल्ली। ਜਦੋਂ ਆਦਮੀ ਸੌ ਗਿਆ ਤਾਂ ਪਰਮੇਸ਼ਵਰ ਨੇ ਉਸ ਦੀ ਪਸਲੀ ਵਿੱਚੋਂ ਇੱਕ ਪਸਲੀ ਕੱਢ ਲਈ ਤੇ ਉਸ ਪਸਲੀ ਦੀ ਥਾਂ ਮਾंस ਭਰ ਦਿੱਤਾ। ਪਰਮੇਸ਼ਵਰ ਨੇ ਉਸ ਪਸਲੀ ਤੋਂ ਔਰਤ ਬਣਾਈ ਤੇ ਉਸ ਨੂੰ ਉਹ ਆਦਮੀ ਕੋਲੇ ਲੈ ਆਇਆ। ਇਸ ਤੇ ਆਦਮੀ ਨੇ ਕਿਹਾ, ਇਹ ਮੇਰੀ ਆਪਣੀ ਹੱਡੀ ਹੈ, ਮੇਰਾ ਆਪਣਾ ਮਾंस, ਇਹ ਨਰ ਵਿੱਚੋਂ ਨਿਕਲੀ ਹੈ, ਇਸ ਲਈ ਇਹ ਨਾਰੀ ਅਖਵਾਵੇਗੀ। ਇਸ ਲਈ ਆਦਮੀ ਆਪਣੇ ਪਿਤਾ ਅਤੇ ਮਾਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਤੇ ਉਹ ਇੱਕ ਸਰੀਰ ਬਣੇ ਰਹਿਣਗੇ। ਉਸ ਸਮੇਂ ਉਹ ਦੋਵੇਂ ਅਰਥਾਤ ਆਦਮੀ ਅਤੇ ਉਸ ਦੀ ਪਤਨੀ ਨੰਗੇ ਸਨ, ਪਰ ਉਹ ਇੱਕ ਦੂਜੇ ਕੋਲੋਂ ਸੰਗਦੇ नहीं सन। सो परमेश्वर ने फिर आदम को गूढ़ी नींद में सुला दिया और उसकी एक पसली को निकाल कर वहाँ पर मांस भर दिया, और उस पसली से परमेश्वर ने औरत को बनाया जो परमेश्वर ने उससे दे दी। जब परमेश्वर उसे आदम के पास लेकर गया तो आदम ने ये कहा कि ये मेरी अपनी हड्डी है, मेरा खुद का मांस है, इसलिए ये मुझसे निकली है, ये नर से निकली है, सो ये नारी कहलाएगी। इस तरह परमेश्वर ने आदम को आदम को हव्वा को दिया जो उसकी साथी थी। तभी वो दोनों जो थे, और उसने कहा इसी प्रकार जो आदमी होगा वो अपने माता पिता को छोड़कर अपनी पत्नी के साथ मिला रहेगा और एक शरीर बनकर रहेंगे। तभी वो दोनों नंगे थे पर एक दूसरे से वो शर्माते नहीं थे, क्योंकि जो था वो एक दूसरे से शर्माते नहीं थे, क्योंकि उन्होंने भले बुरे का भी जो फल था वो नहीं खाया था। इस प्रकार ये जो सेकंड चैप्टर में हमें ये बताया गया कि किस तरह परमेश्वर ने पूरी सृष्टि की जो थी रचना से कर उससे आराम प्राप्त किया, और किस तरह अदन के बाग में जो हव्वा थी और आदम को रखा कि वो वहाँ रहकर उसकी रखवाली करे। जो इस वीडियो को देखे प्रभु यीशु मसीह के समर्थी नाम में आशीषित हो और फलवंत हो प्रभु यीशु मसीह के नाम में। आमीन आमीन। प्रेज द लॉर्ड, हालेलुया, आमीन।